ਦੀ ਆਬਾਦੀ ਹੋਏਗੀ ਦੁਨੀਆ ਦੀ। ਇਹਦੇ 'ਚ ਸਾਨੂੰ ਡਾਕਟਰ ਮਿਲ ਜਾਂਦੇ ਨੇ, ਅਧਿਆਪਕ ਮਿਲ ਜਾਂਦੇ ਨੇ, ਵਿਗਿਆਨੀ ਮਿਲ ਜਾਂਦੇ ਨੇ, ਵਪਾਰੀ ਮਿਲ ਜਾਣਗੇ, ਕਿਸਾਨ ਮਿਲ ਜਾਣਗੇ, ਪਰ ਗੁਰਮੁਖ ਪਿਆਰਿਓ, ਭਗਤ ਰੱਬ ਦਾ ਜਨ ਕੋਈ ਵਿਰਲਾ ਮਿਲਦਾ ਹੈ। ਸਿਸਟਮ ਹੀ ਇਸ ਤਰ੍ਹਾਂ ਦਾ ਬਣਿਆ। ਨਹੀਂ ਲੱਭਾ ਤੇ ਭਗਤ ਜਨ, ਗੁਰਮੁਖ ਜਨ ਬੜੇ ਵਿਰਲੇ ਹੁੰਦੇ ਨੇ, ਕਿਉਂਕਿ ਸਾਡੇ ਇਸ ਮਨੁੱਖ ਦੇ ਬਣਾਏ ਹੋਏ ਵਿਧਾਨ ਨੇ ਜਦੋਂ ਵੀ ਤਵੱਜੋ ਦਿੱਤੀ ਹੈ, ਪਦਾਰਥ ਨੂੰ ਹੀ ਤਵੱਜੋ ਦਿੱਤੀ ਹੈ, ਸੰਸਾਰ ਨੂੰ ਹੀ ਤਵੱਜੋ ਦਿੱਤੀ ਹੈ। ਮਨੁੱਖ ਦੇ ਬਣਾਏ ਵਿਧਾਨ ਨੇ। ਤੇ ਜਿਹੜੀ ਚੀਜ਼ ਨੂੰ ਅਸੀਂ ਵੱਡਾ ਜ਼ਰੂਰੀ ਸਮਝਦੇ ਹਾਂ, ਫਿਰ ਆਪਾਂ ਉਹਦੇ ਵਾਸਤੇ ਉੱਦਮ ਮੁਸ਼ੱਕਤ ਜ਼ਰੂਰ ਕਰਦੇ ਹਾਂ। ਤੇ ਕੀ ਸਮਝਿਆ ਅਸੀਂ ਜ਼ਰੂਰੀ ਵਿੱਦਿਆ ਨੂੰ, ਤੇ ਹੈ ਵੀ ਜ਼ਰੂਰੀ। 18-20 ਸਾਲ ਲੱਗ ਜਾਂਦੇ ਨੇ ਉਸ ਵਿੱਦਿਆ ਨੂੰ ਜ਼ਰੂਰੀ ਸਮਝਿਆ। ਤੇ ਮਾਫ਼ ਕਰਨਾ, ਜਪਜੀ ਸਾਹਿਬ ਨੂੰ ਕਈ ਵਾਰ ਜ਼ਰੂਰੀ ਨਹੀਂ ਸਮਝਦੇ। 80 ਸਾਲ ਹੋ ਗਈ ਉਮਰ, ਜਪਜੀ ਸਾਹਿਬ ਫੇਰ ਵੀ ਨਹੀਂ ਪੜ੍ਹਨਾ ਆਇਆ। ਮੈਂ ਨਹੀਂ ਕਹਿੰਦਾ ਵਿੱਦਿਆ ਮਾੜੀ ਹੈ, ਕਿਰਤ ਮਾੜੀ ਨਹੀਂ, ਪਦਾਰਥ ਮਾੜਾ ਨਹੀਂ, ਪਰ ਜੇ ਉਸ ਪਰਮਾਰਥ ਤੋਂ, ਸੱਚ ਤੋਂ ਟੁੱਟ ਕੇ ਇਕੱਲਾ ਪਦਾਰਥ ਰਹਿ ਗਿਆ, ਫਿਰ ਇਸ ਪਦਾਰਥ ਦੇ ਵਿੱਚੋਂ ਦੁੱਖ ਹੀ ਸਾਨੂੰ, ਰੋਗ ਹੀ ਸਾਨੂੰ, ਪਛਤਾਵੇ ਹੀ ਪ੍ਰਾਪਤ ਹੋਣਗੇ। ਸੋ ਸਾਡੇ ਬਣਾਏ ਵਿਧਾਨ ਨੇ ਪਦਾਰਥ ਦੀ ਵੈਲਿਊ ਤੇ ਸਾਨੂੰ ਸਮਝਾਈ ਹੈ, ਦੁਨੀਆ ਦੀਆਂ ਚੀਜ਼ਾਂ ਦੀ ਕੀਮਤ ਤੇ ਸਾਨੂੰ ਸਮਝਾਈ ਹੈ। ਸਤਿਗੁਰ ਸਾਨੂੰ ਰੱਬ ਦੇ ਗੁਣਾਂ ਦੀ ਕੀਮਤ ਸਮਝਾਉਂਦੇ ਨੇ। ਸਤਿਗੁਰ ਦੱਸਦੇ ਨੇ, ਦੁਨੀਆ ਕਹੇਗੀ ਧਨ ਕਿੰਨਾ ਜ਼ਰੂਰੀ ਹੈ, ਗੁਰੂ ਕਹੇਗਾ ਸੰਤੋਖ ਕਿੰਨਾ ਜ਼ਰੂਰੀ ਹੈ। ਧਨ ਦੇ ਅੰਬਾਰ ਲੱਗ ਜਾਣ, ਸੰਤੋਖ ਕਰਕੇ ਹੀ ਤੂੰ ਰੱਜੇਗਾ। ਤ੍ਰਿਪਤੀ ਸੰਤੋਖ 'ਚੋਂ ਮਿਲਣੀ ਹੈ, ਉਸ ਧਨ ਪਦਾਰਥ 'ਚੋਂ ਨਹੀਂ। ਦੁਨੀਆ ਕਹੇਗੀ ਸਬੰਧ ਜ਼ਰੂਰੀ ਨੇ, ਗੁਰੂ ਕਹੇਗਾ ਸਬੰਧ ਜ਼ਰੂਰੀ ਨੇ, ਪਰ ਜਿਸ ਵਾਹਿਗੁਰੂ ਨੇ ਰਿਸ਼ਤੇ ਸਬੰਧ ਬਣਾਏ ਨੇ, ਉਹਦਾ ਸਬੰਧ ਜੀਵਨ 'ਚ ਬਹੁਤ ਜ਼ਰੂਰੀ ਹੈ, ਉਹ ਵੀ ਜ਼ਰੂਰੀ ਹੈ। ਸਤਿਗੁਰ ਸਾਨੂੰ ਰੱਬੀ ਗੁਣਾ, ਰੱਬੀ ਸਿਫਤ, ਰੱਬੀ ਮਿਲਾਪ ਦੀ ਮਹਿਮਾ ਸਮਝਾਉਂਦੇ ਨੇ ਵਾਰ-ਵਾਰ, ਉਹ ਦ੍ਰਿੜ ਕਰਦੇ ਨੇ ਵਾਰ-ਵਾਰ। ਜਿਹਨੂੰ ਗੁਰਦੇਵ ਨੇ ਕਿਹਾ, ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ। ਬੰਦਾ ਕਿੰਨੇ ਆਹਰ ਕਰਦਾ ਹੈ। ਤੁਸੀਂ ਵੇਖਿਓ ਆਪਣੇ ਜੀਵਨ ਵਿੱਚ ਝਾਤ ਮਾਰ ਕੇ, ਭੱਜਦੇ ਭੱਜਦੇ ਥੱਕ ਜਾਂਦੇ ਆ ਦੁਨੀਆ ਦੇ ਆਹਰ ਕਰਦੇ ਕਰਦੇ। ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ। ਜਿਤ ਆਹਰ ਜਗ ਉਧਰੈ, ਵਿਰਲਾ ਬੂਝੈ ਕੋਏ। ਜਿਸ ਆਹਰ ਚੋਂ ਸੁੱਖ, ਆਨੰਦ, ਸ਼ਾਂਤੀ, ਰਜੇਵਾਂ ਮਿਲਣਾ ਸੀ, ਕਿਸੇ ਵਿਰਲੇ ਨੇ ਉਸ ਆਹਰ ਨੂੰ ਬੁੱਝਿਆ ਹੈ, ਮਾਣਿਆ ਹੈ। ਜਿਸ ਨੇ ਇਸ ਆਹਰ ਨੂੰ ਬੁੱਝਿਆ ਹੈ, ਉਹ ਫਿਰ ਕੁਝ ਘੜੀਆਂ, ਕੁਝ ਪਲ, ਕੁਝ ਸਮਾਂ ਆਪਣੇ ਆਪ ਨੂੰ ਵੀ ਦਿੰਦਾ ਹੈ, ਆਪਣੇ ਅੰਦਰ ਬੈਠੇ ਹੋਏ ਉਸ ਮਾਲਕ ਜੋਤ ਸਰੂਪ ਨੂੰ ਵੀ ਮਾਣਦਾ ਹੈ। ਉਹ ਫਿਰ ਗੁਰੂ ਦੀ ਬਾਣੀ ਨੂੰ ਵੀ ਤਵੱਜੋ ਦੇਗਾ, ਉਹ ਸੰਗਤ ਨੂੰ ਵੀ ਤਵੱਜੋ ਦੇਗਾ, ਸੇਵਾ ਨੂੰ ਵੀ ਤਵੱਜੋ ਦੇਗਾ, ਜਿਹੜਾ ਉਸ ਆਹਰ ਨੂੰ ਬੁੱਝ ਲੈਂਦਾ ਹੈ। ਜਿਸ ਆਹਰ ਦੇ ਨਾਲ ਬਾਕੀ ਆਹਰ ਮੁਬਾਰਕ ਨੇ, ਤੇ ਜੇ ਉਹ ਆਹਰ ਨਹੀਂ, ਫਿਰ ਬਾਕੀ ਆਹਰ ਵੀ ਸਤਿਗੁਰ ਕਹਿੰਦੇ ਚੰਗੇ ਨਹੀਂ ਹੈ, ਉਹ ਸ਼ੋਭਨੀਕ ਨਹੀਂ ਹੈ। ਉਹ ਵੀ ਫਿਰ ਇੱਕ ਜੰਜਾਲ, ਇੱਕ ਬੰਧਨ ਬਣ ਜਾਂਦੇ ਨੇ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਰਪਾ ਕੀਤੀ ਸਾਡੇ ਤੇ, ਬੜੇ ਜੀਵਨ ਦੀ ਅਟੱਲ ਸੱਚਾਈ ਹੈ। ਤੇ ਸਾਡੀ ਥੋੜ੍ਹੀ ਜਿਹੀ ਇਹ ਕਮਜ਼ੋਰੀ ਹੈ ਗੁਰਮੁਖੋ, ਆਪਾਂ ਨੂੰ ਹਰੇਕ ਚੀਜ਼ ਦਾ ਇੱਕ ਪਾਸਾ ਹੀ ਦਿਸਦਾ, ਦੂਜਾ ਛਿਪਿਆ ਹੁੰਦਾ। ਉਹ ਛਿਪਿਆ ਗੁਰੂ ਨੂੰ ਦਿਸਦਾ। ਹੁਣ ਤੁਸੀਂ ਵੇਖੋ, ਦਿਨ ਹੈ, ਸਾਨੂੰ ਰਾਤ ਨਹੀਂ ਦਿਸਦੀ ਦਿਨ 'ਚ, ਪਰ ਦਿਨ ਦੇ ਪਿੱਛੇ ਰਾਤ ਛਿਪੀ ਹੋਈ। ਪਰ ਸਾਨੂੰ ਇਕੱਲਾ ਦਿਨ ਦਿਖਾਈ ਦੇਗਾ।
ਸਾਨੂੰ ਕੱਲਾ ਸੁੱਖ ਦਿਖਦਾ ਹੈ ਤੇ ਸੁੱਖ ਦੇ ਪਿੱਛੇ ਦੁੱਖ ਵੀ ਛਿਪਿਆ ਹੋਇਆ। ਤਾਂ ਹੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਅਸਲ ਹੈ ਹੀ ਉਹ ਅਸਲ ਰੱਬ ਦਾ ਪਿਆਰਾ ਧਰਮੀ, ਜਿਨੇ ਜੇ ਸੁੱਖ ਨੂੰ ਕਬੂਲਿਆ ਨਾਲ ਦੁੱਖ ਨੂੰ ਵੀ ਕਬੂਲ ਕਰੇਗਾ। ਸੁੱਖ ਵਿੱਚ ਵੀ ਵੈਸਾ, ਦੁੱਖ ਵਿੱਚ ਵੀ ਵੈਸਾ। ਤੇ ਸਾਨੂੰ ਇੱਕੋ ਪਾਸਾ ਦਿਸਦਾ ਹੈ, ਪਦਾਰਥ ਦਾ, ਸੰਸਾਰ ਦਾ, ਸੰਬੰਧਾਂ ਦਾ। ਗੁਰੂ ਨੂੰ ਛਿਪਿਆ ਹੋਇਆ ਪਾਸਾ ਵੀ ਦਿਸਦਾ ਹੈ। ਉਹਦੇ ਦਰਸ਼ਨ ਗੁਰੂ ਕੀ ਬਾਣੀ ਨੇ ਬਾਰ-ਬਾਰ ਸਾਨੂੰ ਕਰਾਏ ਨੇ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਆਹ ਜਿਹੜਾ ਸਾਨੂੰ ਜੀਵਨ ਮਿਲੇ, ਆਹ ਜਿਹੜਾ ਸਾਡਾ ਸੰਸਾਰ ਦਾ ਸਰੀਰਕ ਜੀਵਨ ਹੈ, ਮੁਬਾਰਕ ਹੈ, ਬੜਾ ਚੰਗਾ ਹੈ। ਪਰ ਜੇ ਤਾਂ ਬੰਦੇ ਦੇ ਹੰਕਾਰ ਵੱਲ ਵੇਖੋ ਤੇ ਲੱਗਦਾ ਵੀ ਬੰਦੇ ਤੋਂ ਵੱਡਾ ਤਾਕਤਵਰ ਕੋਈ ਨਹੀਂ ਹੈ, ਬੰਦੇ ਤੋਂ ਵੱਡਾ ਸਿਆਣਾ ਕੋਈ ਨਹੀਂ। ਜੇ ਤੇ ਅਸੀਂ ਆਪਣੇ ਹੰਕਾਰ ਨੂੰ ਸਾਹਮਣੇ ਰੱਖ ਕੇ ਵੇਖਦੇ ਹਾਂ, ਫਿਰ ਤੇ ਲੱਗੇਗਾ ਵੀ ਬੰਦੇ ਤੋਂ ਵੱਡਾ ਕੌਣ ਤਾਕਤਵਰ ਹੈ। ਅੱਜ ਕੱਲ੍ਹ ਮਨੁੱਖ ਕਹਿ ਰਿਹਾ ਵੀ ਰੱਬ ਵੀ ਕਿੱਥੇ ਹੈ, ਬੰਦਾ ਹੀ ਤੇ ਰੱਬ ਹੈ। ਹਾਂ, ਬੰਦੇ ਵਿੱਚ ਰੱਬ ਹੈ, ਪਰ ਸੱਚ ਜਾਣਿਓ ਬੰਦਾ ਕਦੇ ਵੀ ਰੱਬ ਨਹੀਂ ਬਣ ਸਕਦਾ। ਇੱਕ ਬੂੰਦ ਵਿੱਚ ਸਮੁੰਦਰ ਦੇ ਗੁਣ ਨੇ, ਪਰ ਬੂੰਦ ਸਮੁੰਦਰ ਨਹੀਂ ਹੈ। ਕਿੱਥੇ ਇੰਨਾ ਵਿਸ਼ਾਲ ਅਗੰਮ ਸਮੁੰਦਰ ਹੈ ਤੇ ਕਿੱਥੇ ਇੱਕ ਮਾਫ਼ ਕਰਨਾ ਨਿੱਕਾ ਜਿਹਾ ਕਤਰਾ ਹੈ। ਉਹ ਆਪਣੇ ਆਪ ਨੂੰ ਸਮੁੰਦਰ ਹੋਣ ਦਾ ਦਾਅਵਾ ਕਰੇ, ਝੂਠਾ ਹੋਏਗਾ। ਹੰਕਾਰ ਇੰਨਾ ਕੁ ਪ੍ਰਬਲ ਹੋ ਗਿਆ ਮਨੁੱਖ ਦੇ ਅੰਦਰ, ਲੱਗਦਾ ਵੀ ਮੈਂ ਹੀ ਰੱਬ ਹਾਂ। ਪਰ ਸਤਿਗੁਰ ਕਹਿੰਦੇ, ਜੇ ਇਹਦੀ ਹਸਤੀ ਵੱਲ ਵੇਖੀਏ, ਇਹਦੇ ਤੋਂ ਕੱਚਾ ਕੋਈ ਖੁਰਨ ਵਾਲਾ ਹੋਰ ਕੋਈ ਦਿਸਦਾ ਵੀ ਨਹੀਂ। ਜੇ ਬੰਦੇ ਦੇ ਹੰਕਾਰ ਵੱਲ ਵੇਖੀਏ ਤੇ ਬੰਦਾ ਕਹਿੰਦਾ ਮੇਰੇ ਤੋਂ ਵੱਡਾ ਤਾਕਤਵਰ ਕੋਈ ਨਹੀਂ। ਪਰ ਜੇ ਬੰਦੇ ਦੀ ਹਸਤੀ ਵੱਲ ਵੇਖੀਏ, ਲੱਗਦਾ ਵੀ ਇਹਦੇ ਤੋਂ ਕੱਚਾ ਵੀ ਕੋਈ ਨਹੀਂ। ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੂੰਦ ਕਾ ਗਾਰਾ, ਹਾਡ ਮਾਸ ਨਾੜੀ ਕੋ ਪਿੰਜਰ, ਪੰਖੀ ਬਸੈ ਵਿਚਾਰਾ, ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ। ਹੁਣ ਸਤਿਗੁਰ ਦੇ ਹੋਰ ਵੀ ਬਾਣੀ ਦੇ ਬੜੇ ਬੇਅੰਤ ਬੋਲ ਨੇ। ਜੇ ਅਸੀਂ ਆਪਣੀ ਹਸਤੀ ਵੱਲ ਵੇਖਦੇ ਹਾਂ, ਬੜੀ ਕੱਚੀ ਹੈ, ਉਮੀਦ ਨਹੀਂ ਹੈ ਬਹੁਤੀ ਲੰਬੇਰੀ। ਹਾਂ ਠੀਕ ਹੈ, ਰੱਬ ਦੇ ਭਾਣੇ 'ਚ ਵਿਚਰਦਿਆਂ, ਲੰਘਾਉਂਦਿਆਂ ਕਿਸੇ ਨੇ, ਬਾਬਾ ਫਰੀਦ ਜੀ ਕਹਿੰਦੇ 100 ਸਾਲ ਲੰਘਾ ਲਿਆ। ਤੇ ਕਿਸੇ ਨੇ ਕਿਹਾ ਸੀ ਫਰੀਦਾ ਉਮਰ ਵੱਲ ਵੇਖ, ਜਵਾਨੀ ਦੀ ਉਮਰ ਹੈ, ਕਿਹੜੇ ਰਾਹਾਂ 'ਚ ਪੈ ਗਏ। ਬਾਬਾ ਫਰੀਦ ਜੀ ਕਹਿੰਦੇ ਤੁਰਦਿਆਂ 100 ਸਾਲ ਉਮਰ ਹੋ ਗਈ। ਜੇ 100 ਵਰਿਆਂ ਜੀਵਣਾ ਭੀ ਤਨ ਹੋਸੀ ਖੇ, ਆਖਰ ਨੂੰ ਫਿਰ ਇਸਨੇ ਖੇ ਹੀ ਬਣ ਜਾਣਾ। ਜੇ ਇਹਦੀ ਹਸਤੀ ਵੱਲ ਵੇਖੀਓ ਤੇ ਖੇ ਹੈ, ਮਿੱਟੀ ਹੈ, ਬੜੀ ਕੱਚੀ ਹੈ। ਛੋਟਾ ਜਿਹਾ ਕੋਈ ਕਾਰਨ ਬਣਦਾ ਹੈ, ਬੰਦੇ ਦਾ ਸਰੀਰ ਢਹਿ ਢੇਰੀ ਹੋ ਜਾਂਦਾ ਹੈ। ਤੇ ਜਿੱਦਣ ਇਹ ਢਹਿ ਢੇਰੀ ਹੋਇਆ, ਉਦਣ ਹੀ ਸੰਬੰਧ ਟੁੱਟ ਗਏ। ਆ ਜਿੰਨੇ ਸੰਬੰਧ ਨੇ ਸੰਸਾਰ ਦੇ, ਦੁਨੀਆ ਦੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਇਹ ਮਨ ਨੂੰ ਸਮਝਾ ਕੇ ਰੱਖੀ ਮਨਾ। ਸੰਸਾਰ ਆਪਾਂ ਕਹਿੰਦੇ ਜੱਗ ਜਿਉਂਦਿਆਂ ਦੇ ਮੇਲੇ, ਸੰਸਾਰ ਜਿਉਂਦਿਆਂ ਦਾ ਹੀ ਹੈ। ਜਿੰਨਾ ਚਿਰ ਤੱਕ ਜਾਨ ਸੀ, ਜੀਨੇ ਸਾਂ, ਉਹਨਾਂ ਚਿਰ ਤੱਕ ਵਿਵਹਾਰ ਸੀ, ਉਹਨਾਂ ਚਿਰ ਤੱਕ ਸਾਂਝ ਸੀ, ਉਹਨਾਂ ਚਿਰ ਤੱਕ ਪਤੀ ਹੈ, ਉਹਨਾਂ ਚਿਰ ਤੱਕ ਪਤਨੀ ਹੈ, ਉਹਨਾਂ ਚਿਰ ਤੱਕ ਪਾਪਾ ਜੀ ਹੈ, ਉਹਨਾਂ ਚਿਰ ਤੱਕ ਦਾਦੀ ਜੀ ਹੈ। ਤੇ ਮਾਫ਼ ਕਰਨਾ, ਜਦੋਂ ਕਈ ਵਾਰ PGI ਤੋਂ ਤੁਰਦਾ ਹੈ ਕੋਈ ਸੱਜਣ, ਫੋਨ ਕਰਤਾ ਵੀ ਹੁਣ ਪਾਪਾ ਜੀ ਨਹੀਂ ਰਹੇ, ਫੋਨ ਹੋ ਗਿਆ। ਤੇ ਜਦੋਂ ਉਹ ਵੈਨ ਘਰ ਆਉਂਦੀ ਹੈ ਤੇ ਇਹ ਨਹੀਂ ਆਪਾਂ ਕਹਿੰਦੇ ਵੀ ਪਤੀ ਆ ਗਿਆ ਜਾਂ ਪਤਨੀ ਆ ਗਈ ਜਾਂ ਪਾਪਾ ਜੀ ਆ ਗਏ, ਆਪਾਂ ਇਹ ਕਹਿੰਦੇ ਵੀ ਡੈੱਡ ਬੋਡੀ ਆ ਗਈ, ਇਹੀ ਕਹਿੰਦੇ ਆਪਾਂ।
ਸੰਬੰਧ ਉਸੇ ਵੇਲੇ ਗੁਰਮੁਖ ਪਿਆਰਿਓ ਟੁੱਟ ਜਾਂਦੇ ਨੇ। ਆ ਜਿੰਨਾ ਚਿਰ ਤੱਕ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੀ ਅਸੀਂ ਜਿਉਂਦੇ ਹਾਂ, ਉਹਨਾਂ ਚਿਰ ਤੱਕ ਸਾਡੇ ਵਿਵਹਾਰ ਨੇ, ਉਹਨਾਂ ਚਿਰ ਤੱਕ ਮਾਂ ਹੈ, ਉਹਨਾਂ ਚਿਰ ਤੱਕ ਪਿਓ ਹੈ, ਉਹਨਾਂ ਚਿਰ ਤੱਕ ਪਤੀ ਹੈ, ਉਹਨਾਂ ਚਿਰ ਤੱਕ ਪਤਨੀ ਹੈ। ਤੇ ਜਦੋਂ ਅੰਦਰ ਤੋਂ ਸਵਾਸ ਨਿਕਲਦੇ ਨੇ, ਸੰਬੰਧ ਉਸੇ ਵੇਲੇ ਟੁੱਟ ਜਾਂਦਾ ਹੈ। ਭਗਤ ਕਬੀਰ ਜੀ ਕਹਿੰਦੇ ਇੱਕ ਦੀਵਾ ਬਲੇ ਹੈ, ਦੀਵੇ ਵਿੱਚ ਤੇਲ ਹੈ, ਜਿੰਨਾ ਚਿਰ ਤੱਕ ਤੇਲ ਹੁੰਦਾ ਹੈ ਉਹਨਾਂ ਚਿਰ ਤੱਕ ਦੀਵਾ ਬਲਦਾ ਹੈ। ਜਬ ਲਗ ਤੇਲ ਦੀਵੇ ਮੁਖ ਬਾਤੀ, ਤਬ ਸੂਝੈ ਸਭ ਕੋਈ। ਤੇਲ ਜਲੈ ਬਾਤੀ ਠਹਿਰਾਨੀ, ਸੂਨਾ ਮੰਦਰ ਹੋਈ। ਰੇ ਬੋਰੇ ਤੋਹੇ ਘਰੀ ਨਾ ਰਾਖੈ ਕੋਈ, ਤੂੰ ਰਾਮ ਨਾਮ ਜਪ ਸੋਈ। ਭਗਤ ਕਬੀਰ ਨੇ ਬਚਨ ਕੀਤਾ, ਜਿਵੇਂ ਦੀਵੇ 'ਚੋਂ ਤੇਲ ਸੁੱਕਦਾ 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 ਸੁੱਕ ਜਾਂਦਾ ਹੈ, ਫਿਰ ਉਸ ਨੂੰ ਸੁੱਟ ਦਿੱਤਾ ਜਾਂਦਾ ਹੈ। ਸਵਾਸਾਂ ਰੂਪੀ ਤੇਲ ਸੁੱਕਦਾ ਸੁੱਕਦਾ ਮੁੱਕਦਾ ਮੁੱਕਦਾ ਮੁੱਕ ਗਿਆ, ਫਿਰ ਇਸ ਮਿੱਟੀ ਨੂੰ ਘਰ 'ਚ ਰੱਖ ਕੇ ਕੀ ਕਰਨਾ? ਰੇ ਬੋਰੇ ਤੋਹੇ ਘਰੀ ਨਾ ਰਾਖੈ ਕੋਈ। ਉਸੇ ਵੇਲੇ ਸੰਬੰਧ ਟੁੱਟ ਗਿਆ ਜਦੋਂ ਸਵਾਸਾਂ ਰੂਪੀ ਤੇਲ ਅੰਦਰ 'ਚੋਂ ਮੁੱਕ ਜਾਂਦਾ ਹੈ, ਫਿਰ ਸੰਬੰਧ ਨਹੀਂ ਰਿਹਾ। ਫਿਰ ਕਾਕੀ ਮਾਤ ਪਿਤਾ ਕੋ ਕਾਕੋ, ਕਵਨ ਪੁਰਖ ਕੀ ਜੋਈ। ਘਟ ਫੂਟੈ ਕੋਈ ਬਾਤ ਨਾ ਪੁੱਛੈ, ਕਾਢੋ ਕਾਢੋ ਹੋਈ। ਫਿਰ ਤੇ ਪਹਿਲੋਂ ਪੁੱਛਦੇ ਨੇ, ਫੋਨ ਆਉਂਦਾ ਵੀ ਭਲਿਆ ਅੱਜ ਆਪਣਾ ਆਹ ਸੱਜਣ ਰਿਸ਼ਤੇਦਾਰ ਚਲਾ ਗਿਆ। ਫਿਰ ਬੰਦਾ ਦੋ ਚਾਰ ਗੱਲਾਂ ਕਰਕੇ ਹਰੇਕ ਬੰਦਾ ਇਹ ਗੱਲ ਜ਼ਰੂਰ ਪੁੱਛਦਾ ਹੈ। ਉਹ ਪੁੱਛੇਗਾ ਵੀ ਸੰਸਕਾਰ ਦਾ ਟਾਈਮ ਕਿੰਨਾ ਕੁ, ਹਰੇਕ ਪੁੱਛੇਗਾ। ਘਰ 'ਚ ਆਇਆ ਤੇ ਸਾਰੇ ਇਹੀ ਪੁੱਛਣਗੇ ਜਿਹੜੇ ਬਾਹਰ ਤੋਂ ਆਏ ਨੇ। ਜਾਂ ਗੁਰਦੁਆਰਾ ਸਾਹਿਬ ਵੀ ਤੁਸੀਂ ਵੇਖਿਓ ਕਈ ਵਾਰ ਅਨਾਉਂਸ ਹੁੰਦਾ ਹੈ ਵੀ ਫਲਾਣਾ ਸੱਜਣ ਚਲਾ ਗਿਆ ਭਾਈ, ਕੱਲ੍ਹ ਨੂੰ 2 ਵਜੇ ਉਹਦਾ ਸੰਸਕਾਰ ਹੈ, ਪਹੁੰਚ ਜਾਏ। ਉਹ ਘਰੋਂ ਕੱਢਣ ਦੀ ਖਬਰ ਹੁੰਦੀ ਹੈ ਛੇਤੀ ਕੀਤੀ, ਕਾਢੋ ਕਾਢੋ ਹੋਈ। ਉਹਨੂੰ ਫਿਰ ਕੱਢਿਆ ਜਾਂਦਾ, ਰੱਖਿਆ ਨਹੀਂ ਜਾਂਦਾ। ਤੇ ਮਿੱਟੀ ਦਾ ਰੱਖ ਕੇ ਵੀ ਕੀ ਕਰਾਂਗੇ? ਇਸ ਮਿੱਟੀ ਨੂੰ ਜਿਹੜੇ ਤਨ 'ਚੋਂ ਉਹਦੀ ਸੱਤਾ ਨਿਕਲ ਗਈ, ਉਹਦਾ ਕਰਨਾ ਵੀ ਕੀ ਹੈ? ਜਿਹੜਾ ਘੜਾ ਟੁੱਟ ਹੀ ਗਿਆ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਉਹ ਸੁੱਟਿਆ ਹੀ ਜਾਂਦਾ ਹੈ, ਰੱਖਿਆ ਥੋੜ੍ਹਾ ਜਾਂਦਾ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪੁਰਾਣੀ। ਛਿਨ ਛਿਨ ਔਦ ਵਿਹਾਦ ਹੈ, ਫੂਟੇ ਘਟ ਜਿਉਂ ਪਾਣੀ। ਜਿਹੜਾ ਟੁੱਟ ਹੀ ਗਿਆ, ਫਿਰ ਪਾਣੀ ਉਹਦੇ 'ਚੋਂ ਰਿਸ ਹੀ ਗਿਆ, ਫਿਰ ਤੇ ਬਾਹਰ ਹੀ ਸੁੱਟਿਆ ਜਾਣਾ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਸੁਚੇਤ ਕਰਦੇ ਨੇ, ਵੇਖੀ ਕਦੇ ਜਿਹੜਾ ਇਹ ਸੰਜੋਗ ਬਣਿਆ ਸਰੀਰਾਂ ਦਾ, ਸੰਬੰਧਾਂ ਦਾ, ਰਹੀ ਜ਼ਰੂਰ ਇਹਦੇ 'ਚ। ਆ ਗੁਰਬਾਣੀ 'ਚ 35 ਮਹਾਂਪੁਰਖਾਂ ਦੀ ਬਾਣੀ, ਧੀਆਂ ਪੁੱਤ ਪਰਿਵਾਰ ਸਭਨਾਂ ਦਾ ਸੀ। ਗੁਰੂ ਨਾਨਕ ਸਾਹਿਬ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਇਹ ਬਚਨ ਕਰਦੇ ਨੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਗ੍ਰਸਤੀ ਨੇ, ਪਰਿਵਾਰ ਹੈ, ਪੁੱਤਰ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪੋਤਰੇ ਨੇ 4। ਗੱਲ ਇਹ ਨਹੀਂ ਹੈ, ਗੱਲ ਇਹ ਹੈ ਕਿ ਮਨ ਨੂੰ ਇਹ ਵੀ ਸਮਝਾ ਕੇ ਰੱਖੀਏ, ਮਨਾ ਆ ਜਿਹੜਾ ਸੰਜੋਗ ਬਣਿਆ ਯਾਦ ਰੱਖੀ ਸਦਾ ਨਹੀਂ ਰਹਿਣਾ, ਇੰਨੇ ਇੱਕ ਦਿਨ ਵਿਜੋਗ ਵਿੱਚ ਬਦਲ ਜਾਂਦਾ ਹੈ। ਪੂਰਵ ਜਨਮ ਕੇ ਮਿਲੇ ਸੰਜੋਗੀ, ਅੰਤੈ ਕੋ ਨਾ ਸਹਾਈ। ਸੰਜੋਗ ਨੇ ਤੁਰਦਿਆਂ ਤੁਰਦਿਆਂ ਵਿਜੋਗ ਵਿੱਚ ਬਦਲ ਜਾਣਾ ਹੈ। ਜਨਮ ਤੁਰਦਾ 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 ਮਰਨ ਵਿੱਚ ਬਦਲ ਜਾਂਦਾ ਹੈ। ਦਿਨ ਤੁਰਦਾ 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 ਰਾਤ ਵਿੱਚ ਬਦਲ ਜਾਂਦਾ ਹੈ। ਸੁੱਖ ਤੁਰਦਾ 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 ਦੁੱਖ ਵਿੱਚ ਬਦਲ ਹੀ ਜਾਂਦਾ ਹੈ। ਸੰਸਾਰ ਹੈ ਹੀ ਇਸੇ ਤਰ੍ਹਾਂ, ਜਿਹਨੂੰ ਦੁਨੀਆ ਕਿਹਾ ਜਾਂਦਾ ਹੈ। ਦੋ ਨੀਹਾਂ ਨੇ ਜਿਹਦੀਆਂ, ਜਿਹੜਾ ਸੰਜੋਗ ਤੇ ਵਿਜੋਗ। ਤੇ ਆਪਾਂ ਬਚਨ ਤੇ ਪੜ੍ਹਦੇ ਹਾਂ ਰੋਜ਼ ਧੰਨ ਗੁਰੂ ਨਾਨਕ ਸਾਹਿਬ ਜੀ ਦਾ, ਕਰਤੇ ਦੀ ਬਣਾਈ ਇਹ ਰਚਨਾ ਜਿਹੜੀ ਹੈ ਇਹ 2 ਪੈਰਾਂ ਦੇ ਉੱਤੇ ਖਲੋਤੀ ਹੈ। ਤੇ ਕਿਹੜੇ ਨੇ ਉਹ 2 ਸਹਾਰੇ, 2 ਕੌਜ਼ ਕਾਰਨ ਕਿਹੜੇ ਨੇ? ਸੰਜੋਗ ਵਿਜੋਗ ਦੋਏ ਕਾਰ ਚਲਾਵੇਂ, ਲੇਖੇ ਆਵੈ ਭਾਗ।
ਸੰਸਾਰ ਦੀ ਕਾਰ ਦੋ ਦੇ ਉੱਤੇ ਖਲੋਤੀ ਹੈ, ਸੰਜੋਗ ਦੇ ਉੱਤੇ, ਵਿਜੋਗ ਦੇ ਉੱਤੇ। ਇੱਕ ਦਾ ਸੰਜੋਗ ਹੁੰਦਾ, ਨਾਲ ਵਿਜੋਗ ਵੀ ਬਣ ਹੁੰਦਾ। ਹੁਣ ਸਾਹ ਆਪਾਂ ਅੰਦਰ ਲਿਆ, ਇਹ ਸੰਜੋਗ ਹੈ, ਤੇ ਸਾਹ ਬਾਹਰ ਕੱਢਿਆ, ਵਿਜੋਗ ਹੋ ਗਿਆ। ਜਦੋਂ ਬੱਚਾ ਜਨਮਿਆ ਸੰਜੋਗ ਹੋਇਆ ਸੀ, ਸਾਹ ਅੰਦਰ ਲਿਆ, ਤੇ ਆਪਾਂ ਫਿਰ ਕਹਿ ਦਿੰਦੇ ਹਾਂ ਬਸ ਸਾਹ ਨਿਕਲ ਹੀ ਗਏ। ਆਖਰ ਵਾਰ ਕੀ ਹੁੰਦਾ ਹੈ? ਆਖਰ ਉਹ ਸਮਾਂ ਜਦੋਂ ਸਾਹ ਬਾਹਰ ਚਲਾ ਗਿਆ, ਦੁਬਾਰਾ ਨਹੀਂ ਆਇਆ। ਇਹਦੇ ਉੱਤੇ ਆਸ਼ਰਿਤ ਹੈ ਨਾ ਇਹ ਮਨ ਨੂੰ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਸਮਝਾ ਕੇ ਰੱਖੀ, ਵੇਖੀ ਮਨਾ ਕਦੇ ਇਸ ਅਨਿਤ ਨਾਲ ਨਾ ਜੁੜਿਆ ਰਹੀਂ। ਇਸ ਅਨਿਤ ਨੂੰ ਆਧਾਰ ਬਣਾ ਕੇ ਤੂੰ ਧਿਆਨ ਨਿਤ ਦਾ ਰੱਖੀ, ਉਸ ਮਾਲਕ ਦਾ ਰੱਖੀ। ਇਹ ਨਾ ਕहीं ਵੀ ਸਾਨੂੰ ਆਦਤ ਹੁੰਦੀ ਹੈ ਬਹੁਤ ਵਾਰ ਵੀ ਸਾਡੇ ਤੋਂ ਬਿਨਾਂ ਤੇ ਘਰ ਹੀ ਨਹੀਂ ਚੱਲਣਾ ਜੀ। ਇਹ ਬੜਿਆਂ ਨੂੰ ਭੁਲੇਖਾ ਸੀ, ਆਪਾਂ ਨੂੰ ਵੀ ਪੈ ਗਿਆ। ਇਹ ਬਹੁਤ ਜਾਣਿਆਂ ਨੂੰ ਸੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਉਹ ਬੜੀ ਪਿਆਰੀ ਗਾਥਾ ਹੈ। ਆ ਕੋਈ ਸਿੱਖ ਆਇਆ ਗੁਰੂ ਕਾ ਪਿਆਰਾ, ਆਇਆ ਅਸੀਂ ਆਉਂਦਿਆਂ ਹੀ ਫਿਰ ਛੇਤੀ ਛੇਤੀ ਜਾਣ ਦੀਆਂ ਵੀ ਤਿਆਰੀਆਂ ਸ਼ੁਰੂ ਹੋ ਗਈਆਂ। ਸਤਿਗੁਰ ਜਾਣਾ ਹੈ, ਸਤਿਗੁਰ ਆਗਿਆ ਦਿਓ ਮੈਂ ਜਾਣਾ। ਸਤਿਗੁਰੂ ਕਹਿਣ ਲੱਗੇ ਭਾਈ ਜੇ ਆਏ, ਪੁਰਾਣੇ ਸਮੇਂ 'ਚ ਸਾਧਨ ਇਸੇ ਤਰ੍ਹਾਂ ਦੇ ਸਨ। ਦੂਰੋਂ ਸੰਗਤਾਂ ਆਉਂਦੀਆਂ ਸੀ, ਮਹੀਨਾ 2 ਮਹੀਨਾ 6 ਮਹੀਨੇ ਠਹਿਰਿਆ ਕਰਦੇ ਸਨ। ਤੇ ਸਾਹਿਬ ਕਹਿੰਦੇ ਕੁਝ ਸਮਾਂ ਰੁਕੋ। ਨਹੀਂ ਸਤਿਗੁਰੂ ਮੈਂ ਇਕੱਲਾ ਹੀ ਹਾਂ ਕਮਾਉਣ ਵਾਲਾ, ਮੇਰੇ ਬਿਨਾਂ ਤੇ ਗੁਜ਼ਾਰਾ ਨਹੀਂ ਹੋ ਜਾਣਾ, ਬੱਚੇ ਭੁੱਖੇ ਮਰ ਜਾਣਗੇ, ਧੀ ਹੈ, ਪੁੱਤ ਹੈ, ਜਵਾਨ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੇਖ ਲਿਆ। ਸਤਿਗੁਰ ਕਹਿਣ ਲੱਗੇ ਚਲੋ ਚੱਲੇ ਹੋ, ਆ ਹੁਕਮਨਾਮਾ ਲਓ, ਰਾਹ 'ਚ ਮੇਰੇ ਸਿੱਖ ਨੂੰ ਦੇ ਦਿਓ। ਸਤਿਗੁਰ ਠੀਕ ਹੈ। ਉਹ ਸਿੱਖ ਤੁਰਿਆ, ਰਾਹ 'ਚ ਉਹ ਸਿੱਖ ਦਾ ਘਰ ਆਇਆ, ਉਹਨੂੰ ਹੁਕਮਨਾਮਾ ਫੜਾਇਆ। ਸਿੱਖ ਨੇ ਪੜ੍ਹਿਆ, ਕਹਿਣ ਲੱਗਾ ਹੁਣ ਮੈਨੂੰ ਆਗਿਆ ਦਿਓ, ਮੈਂ ਅੱਗੇ ਘਰ ਜਾਣਾ ਹੈ। ਸਿੱਖ ਨੇ ਛੇਤੀ ਛੇਤੀ ਦਰਵਾਜ਼ਾ ਬੰਦ ਕਰਤਾ। ਕਹਿਣ ਲੱਗਾ ਵੀ ਗੁਰੂ ਦਾ ਹੁਕਮਨਾਮਾ ਹੀ ਇਹ ਹੈ ਵੀ 6 ਮਹੀਨੇ ਨੂੰ ਕਿਤੇ ਜਾਣ ਨਹੀਂ ਦੇਣਾ, ਇੱਥੇ ਰਹਿਣਾ 6 ਮਹੀਨੇ। ਪ੍ਰਸ਼ਾਦਾ ਪਾਣੀ ਸਭ ਪ੍ਰਬੰਧ ਇਹ ਹੋਏਗਾ ਇੱਥੇ। ਤੇ ਜੇ ਇਸ ਗੁਰੂ ਦਾ ਹੁਕਮਨਾਮਾ ਲੈ ਕੇ ਆਇਆ ਤੇ ਮੈਂ ਉਸ ਗੁਰੂ ਦੇ ਹੁਕਮ ਨੂੰ ਮੰਨਣਾ ਜ਼ਰੂਰ ਹੈ, ਮੇਰੇ ਵਾਸਤੇ। ਉਹ ਨਹੀਂ ਜਾਣ ਦਿੱਤਾ ਸਿੱਖ ਨੇ। 6 ਮਹੀਨੇ ਹੋਏ, ਬੜਾ ਦੁਖੀ, ਘਰ ਨੂੰ ਛੇਤੀ ਛੇਤੀ ਤੁਰਿਆ। ਸੋਚਦਾ ਸੀ ਵੀ ਘਰ ਹੁਣ ਕੀ ਛੱਪਰ ਸੀ, ਬੱਚੇ ਭੁੱਖੇ ਮਰ ਗਏ ਹੋਣਗੇ। ਤੇ ਜਦੋਂ ਵੇਂਦਾ ਵੀ ਘਰ ਹੁਣ ਪੱਕਾ ਬਣਿਆ ਹੋਇਆ, ਵੇਖਿਆ ਤੇ ਘਰ ਵਾਲੀ ਨੇ ਵੀ ਕਹਿ ਦਿੱਤਾ ਵੀ 6 ਮਹੀਨੇ ਲਾ ਕੇ ਆਇਓ, ਥੋੜ੍ਹਾ ਜਿਹਾ ਸਮਾਂ ਹੋਰ ਲਾਉਂਗੇ। ਉਹ ਕਹਿੰਦਾ ਮੈਂ ਤੇ ਸੋਚਿਆ ਸੀ ਤੁਸੀਂ ਭੁੱਖੇ ਮਰ ਜਾਓਗੇ। ਕਹਿਣ ਲੱਗੀ ਤੁਸੀਂ ਗਏ ਨਾ ਜਦੋਂ, 1-2 ਦਿਨ ਨਹੀਂ ਪਰਤੇ, ਕਿੰਨੇ ਦਿਨ ਪਿੰਡ ਵਾਲੇ ਇਕੱਠੇ ਹੋ ਕੇ ਕਹਿੰਦੇ ਵੀ ਗੁਰੂ ਕਾ ਸਿੱਖ ਸੀ, ਸੇਵਾ ਕਰਦਾ ਸੀ, ਧਰਮਸ਼ਾਲਾ ਜਾਂਦਾ ਸੀ, ਚਲੋ ਧੀ ਪੁੱਤ ਨੂੰ ਵੀ ਕੰਮ ਮਿਲ ਗਿਆ, ਮੈਨੂੰ ਵੀ ਕੰਮ ਮਿਲ ਗਿਆ। ਲੋਕਾਂ ਨੇ ਦਸਵੰਧ ਇਕੱਠਾ ਕਰਕੇ ਇੱਕ ਘਰ ਵੀ ਕਮਰਾ ਬਣਾ ਦਿੱਤਾ ਹੈ। ਕਹਿਣ ਲੱਗੀ ਥੋੜ੍ਹਾ ਸਮਾਂ ਹੋਰ ਗੁਰੂ ਕੋਲ ਲਾਉਂਗੇ। ਉੱਥੋਂ ਫਿਰ ਸਤਿਗੁਰ ਵੱਲ ਭੱਜਾ ਤੇ ਜਾ ਕੇ ਸਤਿਗੁਰੂ ਨੂੰ ਕਹਿਣ ਲੱਗਾ ਸਤਿਗੁਰੂ ਬੜੀ ਵੱਡੀ ਸੋਝੀ ਦਿੱਤੀ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਅਸੀਂ ਵੀ ਤੈਨੂੰ ਇਹ ਸਮਝਾਉਣਾ ਸੀ, ਭੁਲੇਖਾ ਕੱਢਣਾ ਸੀ ਵੀ ਮੇਰੇ ਤੋਂ ਬਿਨਾਂ ਘਰ ਨਹੀਂ ਚੱਲਦਾ, ਚੱਲ ਜਾਂਦਾ ਸੱਜ ਜਾਣਿਓ ਸਭਨਾਂ ਦਾ ਚੱਲਦਾ। ਇਹ ਸਾਡਾ ਹੀ ਭੁਲੇਖਾ ਹੈ ਇਕੱਲਾ, ਸਗੋਂ ਚੰਗਾ ਚੱਲਦਾ ਹੋਏਗਾ, ਮਾਫ਼ ਕਰਨਾ। ਉਹ ਚੰਗਾ ਹੀ ਹੁੰਦਾ ਮਾਲਕ ਦੇ ਹੁਕਮ ਦੇ ਵਿੱਚ ਜੋ ਕੁਝ ਵਰਤਦਾ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਤੇ ਸਾਨੂੰ ਭੁਲੇਖਾ ਹੁੰਦਾ ਹੈ, ਛੇਤੀ ਛੇਤੀ ਵੇਹਨੇ ਆ ਵੀ ਸ਼ਾਇਦ ਗਲੀ ਤੇ ਨਹੀਂ ਬਦਲ ਗਈ। ਕਈ ਵਾਰ ਤਾਂ ਲੱਗਦਾ ਇੱਦਾਂ ਹੀ। ਚਲੋ ਆਏ ਹੋ, ਮੁਬਾਰਕ ਹੋ, 5 ਮਿੰਟ ਬੈਠੇ, 10 ਬੈਠੇ, ਥੋੜ੍ਹਾ ਸਮਾਂ ਤੇ ਬੈਠਿਆ ਕਰੀਏ ਨਾ ਸੰਗਤ 'ਚ। ਮੱਥਾ ਟੇਕਿਆ 2 ਘੜੀਆਂ, ਅੱਧਾ ਘੰਟਾ, ਜਿੰਨਾ ਵੀ ਸਮਾਂ, ਮੈਂ ਕੋਈ ਜ਼ਬਰਦਸਤੀ ਨਹੀਂ ਕਹਿ ਰਿਹਾ, ਪਰ ਜਦੋਂ ਵੀ ਗੁਰੂ ਦਰ ਤੇ ਨਮਸਤਕ ਹੋਣ ਆਉਂਦੇ ਹੋ, ਥੋੜ੍ਹਾ ਬਹੁਤ ਸਮਾਂ ਜ਼ਰੂਰ ਬੈਠਿਆ ਕਰੀਏ। ਘਰ ਨਹੀਂ ਕਿਤੇ ਭੱਜ ਚਲਿਆ, ਗਲੀਆਂ ਨਹੀਂ ਕਿਤੇ ਬਦਲ ਚਲੀਆਂ। ਹਾਂ, ਗੁਰੂ ਕੋਲ ਬੈਠੋਗੇ ਮਨ ਜ਼ਰੂਰ ਬਦਲ ਜਾਏਗਾ। ਆਖੋ ਸਤਿਨਾਮ ਸ਼੍ਰੀ, ਮਨ ਜ਼ਰੂਰ ਬਦਲ ਜਾਣਾ ਗੁਰੂ ਕੋਲ ਬਹਿ ਕੇ। ਸੋ ਸਾਡੇ ਭੁਲੇਖੇ ਨੇ ਬੜੇ ਵੱਡੇ, ਗੁਰਦੇਵ ਨੇ ਕੱਢੇ ਨੇ ਬਾਣੀ ਅੰਦਰ।
दूर कीते ने ओ शंके। ते धन गुरु तेग बहादुर साहब बख्शिश करते ने, सब किछ जीवत को व्यवहार, संसार जिउंदियां दे संबंध जिउंदियां दे ने, पदार्थ भी कार भी ते जिउंदे वास्ते है। मुरदे नूं कार च भी नहीं चढ़न दिंदे लगरी च, वो फिर दूजी वैन आउंदी है, फिनरल वैन आउंदी है, वो ते जिउंदे वास्ते सी। धन जिउंदे वास्ते है। सच जाणिओ मुरदे अगे धन दीआं ढेरियां ला दीए, की लाभ उस? हाँ, लाभ है ਜਿਹੜੇ अमल होणगे। सतगुरु गुरु अर्जुन देव साहब जी कहते, जे मार्ग के गने जाहे ना कोसा, हर का नाम उहाँ संगतोसा। जे पैंडै महा अंध गुवारा, हर का नाम संग उजियारा। जहाँ पंथ तेरा को ना सियानू, हर का नाम ता नाल पछानू। उन्ने नाल होना है, उस नूं बंदा सारी जिंदगी कई बार पछाणदा नहीं, उन्होंने तवज्जो नहीं दिंदा। बहुत बार मात पिता भाई सुत बंदप, आर फुन गृह की नार। सतगुरु कहते माँ है, पिता है, भाई है, सुत दा अर्थ पुत्र, पुत्र दा भाव औलाद। सुत वैसे इहदे अखरी अर्थ ने पुत्र, भाव अर्थ है औलाद। बंदप कोई रिश्तेदार है। अरफुन गृह की नार, घर दी नार है इस्त्री, जां कि इस्त्री वास्ते पति होए, पति वास्ते चाहे पत्नी होए। बाणी च ना तुसीं बार बार वेखोगे, कई बार भुलेखा शायद कईयां नूं लग जांदा होएगा भी बंदे आस्ते है बाणी, कि गृह घर दी नार दी गल कीती है। वो बंदे असल विच की है, साडा समाज उदों भी अज भी पुरुष प्रधान समाज है साडा। सो तां करके सतगुरु ने उस प्रधान वर्ग नूं संबोधन कीता, पर है ये इस्त्रियां वास्ते। क्योंकि पुरुष प्रधान, पुरुष कहंदा सी आ मेरा ओनर बंदा ही बनदा, ते पति दा अर्थ भी हुंदा है ओनर। पति दा अर्थ कौन है? मालक, ओनर। खैर, सो है ये शब्द सांझे ने, ये ना किसी नूं भुलेखा पै जाए भी कल्ले ये पुरुष वास्ते ही ने। ते सतगुरु कहंदे जिन्ने ये संबंध ने, माँ प्यो भाई औलाद, बंधप रिश्तेदार ते इस्त्री है, पत्नी है, जां पति वास्ते पत्नी, पत्नी वास्ते पति है। ये याद रखिए, ये जिउंदियां दा विहार है, जिन्हों आपां जीवन साथी कहने। आपां कहने ना पति पत्नी नूं जीवन साथी है, वो जीवन साथी दा अर्थ ही है भी जिन्ना चिर तक जिउने आ उन्ना चिर तक साथ है। ते श्वास निकल गए साथ टुट जांदा है। शरीरां दा, पदार्थ दा, संसार दा नहीं टुटदा संबंध। गुरुदेव ने कहा नाम दा, बाणी दा, गुरु दा संबंध नहीं टुटिया करना। नानक सतगुर सिख को जी नाल समारे। शरीरां दा संबंध टुट गया, पर गुरु ते सिख दा संबंध है जिंद दे नाल, आत्म नाल, ते ओ नहीं टुटिया। शरीर सड़िया, जिंद आत्म नहीं सड़ी, वो नाल वरतदा है। अगे गुरुदेव ने वचन कहे, तन ते प्राण होत जब न्यारे, टेरत प्रेत पुकार। टेरत दा अर्थ है वेख के, जदों वेखिया जांदा। हुण जिवें शरीर दे विचों प्राण जिहड़े ने वो वखरे हो गए, ते उसे वेले आखता भी ये प्रेत हो गया, हुण डैड बॉडी। फिर सच जाणिओ घर कई बार हुंदा है भी बच्चे, माफ़ करना मैं जीवन दी उदाहरणां विदेश च हुंदे ने, वो 7-8 दिन कहंदे लगने, उन्ना चिर तक फिर उन्होंने घर थोड़ा कोई रखदा, उन्होंने नहीं घर रखिया जाता। वो संबंध ही टुट गया। हुण भावें घर उन्ने बनाए, भावें वसीयत उहदे नाम ते सी, पर हुण सतगुरु जी कहंदे वो बीतिया होया हो जांदा है। प्रेत दा अर्थ है गुजर चुका। ये साडा आम बोल चाल दा शब्द है प्रेत, जां भूत। भूत दा अर्थ हुंदा है बीतिया होया। भूत आपां कहने पंजाबी च भूत काल, काल दा अर्थ समय, भूत दा अर्थ है बीतिया होया। भूत दे अर्थ हुंदे ने बीते होए, भाव है नहीं। ते जदों भी किसी भूत प्रेत दा भुलेखा पैदा हुंदा, बीते वाले दा ही हुंदा, बीते वाले दा।
ਸੋ ਇਹ ਸਾਡੇ ਬੋਲ ਚਾਲ ਵਿੱਚ ਇੱਕ ਪ੍ਰਚਲਿਤ ਹੈ। ਪ੍ਰੇਤ ਜਿਹਦੇ ਅਰਥ ਕੀਤੇ ਨੇ ਬੀਤ ਚੁੱਕਾ ਹੈ, ਮਰ ਚੁੱਕਾ ਹੈ। ਤੇ ਕਹਿਤਾ ਵੇਖ ਕੇ ਆਖ ਦਿੱਤਾ, ਟੇਰਤ ਪ੍ਰੇਤ ਪੁਕਾਰ, ਆਦ ਘਰੀ ਕੋ ਨਹਿ ਰਾਖੈ, ਘਰ ਤੇ ਦੇਤ ਨਿਕਾਰ। ਕੋਈ ਅੱਧੀ ਘੜੀ ਭਾਵ ਫਿਰ ਉਹਨੂੰ ਰੱਖਦਾ ਨਹੀਂ ਘਰ 'ਚ ਕੋਈ। ਤੇ ਰਿਸ਼ਤੇਦਾਰ ਵੀ ਇਹੀ ਪੁੱਛਦੇ ਨੇ ਵੀ ਕਦੋਂ ਲੈ ਕੇ ਜਾਣ। 2 4 10 ਮਿੰਟ ਉੱਪਰ ਹੋ ਜਾਣ, ਲੋਕ ਕਾਹਲੇ ਪੈ ਜਾਂਦੇ ਨੇ ਵੀ ਗੱਡੀ ਆਈ ਨਹੀਂ, ਲੈ ਕੇ ਗਏ ਨਹੀਂ, ਕਾਹਲੇ ਪੈ ਜਾਂਦੇ ਨੇ ਲੋਕ। ਫਿਰ ਉੱਥੇ ਗਏ, ਜਿਨ੍ਹਾਂ ਨੂੰ ਸੰਬੰਧੀ ਕਿਹਾ ਉਹੀ ਫਿਰ ਅੱਗ ਲਾਉਂਦੇ ਨੇ, ਉਹੀ ਸੜਦੇ ਨੇ। ਫਿਰ ਆਉਣ ਲੱਗਿਆ ਸਾਡਾ ਪੰਜਾਬ ਦਾ ਪੁਰਾਣਾ ਰਿਵਾਜ਼ ਹੁੰਦਾ ਸੀ, ਹੁਣ ਤੇ ਬਦਲ ਗਿਆ। ਜਦੋਂ ਸੰਸਕਾਰ ਕਰਨਾ ਨਾ, ਨਾਲ ਤੀਲੇ ਤੋੜਿਆ ਕਰਦੇ ਸੀ। ਉਹ ਤੀਲੇ ਤੋੜਨ ਦਾ ਅਰਥ ਇਹ ਸੀ, ਸੱਜਣਾ ਅੱਜ ਤੋਂ ਬਾਅਦ ਤੇਰਾ ਤੇ ਸਾਡਾ ਸੰਬੰਧ ਟੁੱਟ ਗਿਆ, ਅਸੀਂ ਘਰਾਂ ਨੂੰ ਚੱਲੇ ਹਾਂ, ਕਦੇ ਨਾਲ ਨਾ ਪਿੱਛੇ ਮੁੜਾਂ। ਹੁਣ ਸਾਡਾ ਤੇ ਤੇਰਾ ਸੰਬੰਧ ਨਹੀਂ ਕੋਈ ਰਹਿ ਗਿਆ, ਹੁਣ ਅਸੀਂ ਤੇਰੇ ਤੋਂ ਵੱਖਰੇ ਹਾਂ, ਤੀਲਾ ਟੁੱਟ ਗਿਆ, ਸਾਡਾ ਤੇ ਤੇਰਾ ਸੰਬੰਧ ਟੁੱਟ ਗਿਆ। ਉਹ ਭਾਵ ਹੀ ਸੀ। ਤੇ ਸਾਹਿਬ ਜੀ ਕਹਿੰਦੇ ਫੇਰ, ਮ੍ਰਿਗ ਤ੍ਰਿਸ਼ਨਾ ਜਿਉਂ ਜਗ ਰਚਨਾ। ਆ ਸੰਸਾਰ ਦੀ ਰਚਨਾ ਹੈ। ਹੁਣ ਮ੍ਰਿਗ ਤ੍ਰਿਸ਼ਨਾ ਕੀ ਹੈ? ਛਲਾਵਾ। ਦਿਸ ਕੁਝ ਰਿਹਾ ਪਰ ਅਸਲ ਵਿੱਚ ਹੈ ਕੁਝ। ਵੇਖ ਕੁਝ ਰਹੇ ਹਾਂ, ਸਮਝ ਕੁਝ ਰਹੇ ਹਾਂ, ਪਰ ਅਸਲ ਵਿੱਚ ਹੈ ਕੁਝ ਹੋਰ ਹੈ। ਸੰਸਾਰ ਇਸ ਜਿਹੜਾ ਸੰਸਾਰ ਹੈ ਇਹਨੂੰ ਵੇਖਦਾ ਹੀ ਬ੍ਰਹਮ ਗਿਆਨੀ ਹੈ, ਜਿਹਨੂੰ ਅੰਦਰ ਦਾ ਬ੍ਰਹਮ ਦਾ, ਜਿਹਦੇ ਕੋਲ ਬ੍ਰਹਮ ਦ੍ਰਿਸ਼ਟੀ ਆ ਗਈ, ਉਹਨੂੰ ਵੇਖਣਾ ਆ ਜਾਂਦਾ। ਤੇ ਅਸੀਂ ਤੇ ਸੰਸਾਰ ਦਾ ਇੱਕ ਪੱਖ ਹੀ ਵੇਖਦੇ ਹਾਂ, ਬਸ ਇੱਕੋ ਪੱਖ, ਉੱਪਰੋਂ ਉੱਪਰੋਂ ਹੀ ਥੋੜ੍ਹਾ ਥੋੜ੍ਹਾ ਜਿਹਾ। ਰੱਬ ਦੇ ਪਿਆਰਿਆਂ ਨੇ ਬਹੁਤ ਗਹਿਰਾ ਵੇਖਿਆ। ਨਿਜ ਕਰ ਦੇਖਿਓ ਜਗਤ ਮੈਂ, ਕੋ ਕਾਹੂ ਕੋ ਨਾ ਹੈ। ਬਹੁਤ ਉਹਨੂੰ ਡੂੰਘਾ ਧਿਆਨ ਦੇ ਨਾਲ ਵਿਸ਼ਲੇਸ਼ਣ ਕਰਕੇ ਵੇਖਿਆ। ਤੇ ਬ੍ਰਹਮ ਗਿਆਨੀ ਉਸ ਅਸਲੀਅਤ ਨੂੰ ਸਮਝ ਲੈਂਦਾ। ਉਹਦੇ ਜੀਵਨ 'ਚ ਛਲਾਵਾ ਭੁਲੇਖਾ ਨਹੀਂ ਹੋਏਗਾ ਜਿਹਨੂੰ ਬ੍ਰਹਮ ਦਾ, ਆਤਮ ਦਾ ਗਿਆਨ ਹੋ ਗਿਆ। ਤੇ ਜੇ ਇਸ ਨੂੰ ਸਮਝ ਹੀ ਨਹੀਂ। ਉਹ ਇੱਕ ਵਾਰ ਨਾ ਇੱਕ ਬੱਚਾ ਸੀ, ਛੋਟਾ ਜਿਹਾ ਪੋਤਾ, ਉਹਨੇ ਅਖਬਾਰ ਤੋਂ ਇੱਕ ਬ੍ਰੈਡ ਦਾ ਤਸਵੀਰ ਐਡ ਸੀ, ਉਹ ਕੱਟੀ ਤੇ ਪਿੰਜਰੇ 'ਚ ਲਾ ਦਿੱਤੀ। ਕਹਿਣ ਲੱਗਾ, ਦਾਦਾ ਜੀ ਵੇਖਿਓ ਹੁਣ ਚੂਹਾ ਫਸੇਗਾ। ਬ੍ਰੈਡ ਦਾ ਟੁਕੜਾ ਅਖਬਾਰ 'ਤੇ ਛਪਿਆ ਸੀ, ਉਹ ਕੱਟ ਕੇ ਪਿੰਜਰੇ 'ਚ ਲਾ ਦਿੱਤਾ। ਜਦੋਂ ਬੱਚਾ ਪਰੇ ਗਿਆ ਨਾ, ਦਾਦੇ ਨੇ ਉਸੇ ਅਖਬਾਰ ਤੋਂ ਇੱਕ ਚੂਹਾ ਬਣਾ ਕੇ ਕੱਟ ਕੇ ਉਹ ਪਿੰਜਰੇ 'ਚ ਫਸਾ ਦਿੱਤਾ। ਤੇ ਪੋਤਾ ਕਹਿਣ ਲੱਗੇ ਵੀ ਇਹ ਕਿੱਦਾਂ? ਇਹ ਤੇ ਕਾਗਜ਼ ਦਾ ਚੂਹਾ ਫਸਿਆ। ਤੇ ਦਾਦਾ ਕਹਿਣ ਲੱਗਾ, ਜੇ ਬ੍ਰੈਡ ਕਾਗਜ਼ ਦਾ ਹੈ ਫਿਰ ਚੂਹਾ ਵੀ ਕਾਗਜ਼ ਦਾ ਹੀ ਫਸਣਾ ਸੀ। ਉਹ ਤਾਂ ਮੈਂ ਬੇਨਤੀ ਕੀਤੀ ਹੈ, ਜਿੱਥੇ ਆ ਪਦਾਰਥ ਹੈ ਬੜੇ ਸ਼ੈਲੋ, ਬਾਹਰੋਂ ਉੱਪਰੋਂ ਉੱਪਰੋਂ, ਤੇ ਗੁਰਮੁਖ ਪਿਆਰਿਓ ਜੋ ਇਹਦੇ ਵਿੱਚੋਂ ਆਪਾਂ ਸੁੱਖ ਲੱਭਦੇ ਹਾਂ, ਸ਼ਾਂਤੀ ਲੱਭਦੇ ਹਾਂ, ਉਹ ਮਿਲਦੀ ਇਸੇ ਤਰ੍ਹਾਂ ਦੀ। ਉਹ ਵੀ ਛਲਾਵਾ ਹੁੰਦਾ ਵੀ ਇਹਦੇ 'ਚੋਂ ਸੁੱਖ ਮਿਲ ਜਾਣਾ। ਇਸ ਪਦਾਰਥ 'ਚੋਂ ਆਹ ਪਦਵੀ ਮਿਲ ਗਈ, ਆਨੰਦ ਮਿਲ ਜਾਏਗਾ, ਮਿਲ ਜਾਂਦੀ, ਆਨੰਦ ਫੇਰ ਨਹੀਂ ਆਉਂਦਾ। ਛਲਾਵਾ ਹੀ ਹੈ ਇੱਕ, ਬਸ ਇਸੇ ਤਰ੍ਹਾਂ। ਜੇ ਇਕੱਲਾ ਕੋਈ ਪਦਾਰਥ ਆਰਟੀਫਿਸ਼ਲ ਹੈ ਨਾ, ਸਭ ਕੁਝ ਥੋੜ੍ਹੇ ਸਮੇਂ ਦਾ ਬਨਾਵਟੀ ਹੈ ਜਿਹੜਾ, ਇਹ ਸਾਰਾ ਸੰਸਾਰ ਉਸ ਰੱਬ ਦੀ ਛਾਂ ਹੈ, ਆਰਟੀਫਿਸ਼ਲ ਹੈ ਸਭ ਕੁਝ। ਜੇ ਆਪਾਂ ਇਸੇ ਨੂੰ ਸੱਚ ਮੰਨ ਕੇ ਬੰਨਾ ਸਮਝ ਗਏ, ਤੇ ਆਰਟੀਫਿਸ਼ਲ ਚੀਜ਼ਾਂ 'ਚੋਂ ਸੁੱਖ ਵੀ ਆਰਟੀਫਿਸ਼ਲ ਮਿਲਣੇ, ਬਨਾਵਟੀ, ਉੱਪਰੋਂ ਉੱਪਰੋਂ ਛਿਨ ਭੰਗਰ ਆਰਜੀ ਜੇ ਮਿਲਦੇ। ਤੇ ਜੇ ਸਦੀਵੀ ਅਸਲੀਅਤ ਦਾ ਸੁੱਖ ਲੱਭਣਾ ਹੈ, ਤੇ ਸਾਹਿਬ ਜੀ ਕਹਿੰਦੇ ਉਹ ਮਾਲਕ ਦੀ ਸ਼ਰਨ ਵਿੱਚੋਂ, ਜੋ ਸੁੱਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੈ, ਉਹ ਉੱਥੋਂ ਹੀ ਪ੍ਰਾਪਤ ਹੋਣਾ ਹੈ। ਨਹੀਂ ਤੇ ਆ ਜਿਹੜੀ ਮ੍ਰਿਗ ਤ੍ਰਿਸ਼ਨਾ ਹੈ, ਮ੍ਰਿਗ ਤ੍ਰਿਸ਼ਨਾ ਜਿਉਂ ਜਗ ਰਚਨਾ, ਯਹ ਦੇਖੋ ਹਿਰਦੈ ਵਿਚਾਰ। ਇਸ ਨੂੰ ਅੰਦਰ ਤੋਂ ਵਿਚਾਰ ਕੇ ਚੰਗੀ ਤਰ੍ਹਾਂ ਵੇਖਿਆ ਜਾਏ, ਇਹਦੀ ਅਸਲੀਅਤ ਨੂੰ ਸਤਿਗੁਰੂ ਜੀ ਕਹਿੰਦੇ ਸਮਝ ਲਿਆ ਜਾਏ। ਜਿਵੇਂ ਇੱਕ ਛਲਾਵੇ 'ਚੋਂ ਚਮਕਦੇ ਹੋਏ ਰੇਤ ਦੇ ਕਣ ਕਿਸੇ ਮ੍ਰਿਗ ਦੀ ਪਿਆਸ ਨਹੀਂ ਨਾ ਬੁਝਾ ਸਕਦੇ, ਇਸੇ ਤਰ੍ਹਾਂ ਸੰਸਾਰ ਪਦਾਰਥ ਵੀ ਸਾਨੂੰ ਰਜੇਵਾਂ ਨਹੀਂ ਦੇ ਸਕਦੇ, ਉਹ ਨਹੀਂ ਮਿਲਣਾ। ਉਹ ਜਿਵੇਂ ਹਿਰਨ ਅੱਗੇ ਤੋਂ ਅੱਗੇ ਭੱਜਦਾ, ਆਪਾਂ ਵੀ ਸੋਚਦੇ
ਵੀ ਬਸ ਹੁਣ +2 ਕਰ ਲਈ ਸੁੱਖ ਮਿਲ ਜਾਣਾ, ਬਸ ਹੁਣ ਇਹ ਡਿਗਰੀ ਕਰ ਲਈ ਸੁੱਖ ਮਿਲ ਗਿਆ, ਉਹ ਵੀ ਕਰ ਲਈ ਸੁੱਖ ਫੇਰ ਨਹੀਂ ਆਇਆ, ਬਸ ਜੌਬ ਸ਼ੁਰੂ ਹੋ ਗਈ ਤੇ ਆਨੰਦ ਹੀ ਆਨੰਦ ਲੈਣੇ, ਜੌਬ ਵੀ ਆ ਗਈ ਆਨੰਦ ਫੇਰ ਨਹੀਂ ਆਇਆ। ਫਿਰ ਕਹਿੰਦੇ ਬਸ ਵਿਆਹ ਹੋ ਜਾਏ, ਬਸ ਫਿਰ ਸੁੱਖ ਹੀ ਸੁੱਖ ਹੈ, ਵਿਆਹ ਹੋ ਗਿਆ ਫਿਰ ਸੁੱਖ ਨਹੀਂ। ਫਿਰ ਕਹਿੰਦਾ ਵੀ ਚਲੋ ਘਰ ਬਣ ਗਿਆ, ਉਹ ਵੀ ਬਣ ਗਿਆ, ਸੁੱਖ ਤਾਂ ਨਹੀਂ। ਫਿਰ ਕਹਿੰਦਾ ਚਲੋ ਜਦੋਂ ਸੇਵਾ ਮੁਕਤ ਹੋਵਾਂਗੇ ਨਾ ਫਿਰ ਸੁੱਖ ਲਵਾਂਗੇ। ਤੇ ਅੱਜ ਪੈਨਸ਼ਨ ਤੇ ਆ ਗਿਆ, ਸੁੱਖ ਫੇਰ ਨਹੀਂ ਮਿਲਿਆ। ਤੇ ਸੱਚ ਜਾਣਿਓ ਸੁੱਖ ਫਿਰ ਮੜੀਆਂ 'ਚ ਜਾ ਕੇ ਲੱਭਣਾ ਫਿਰ, ਕਿਉਂਕਿ ਜਿਹੜਾ ਛਲਾਵਾ ਅਸੀਂ ਸਮਝਦੇ ਹਾਂ ਵੀ ਹੁਣ ਰੱਜਾਂਗੇ, ਹੁਣ ਸੁਖੀ ਹੋਵਾਂਗੇ, ਹੁਣ ਸੁਖੀ ਹੋਵਾਂਗੇ, ਟੱਪਦਿਆਂ ਜ਼ਿੰਦਗੀ ਦੇ ਬੰਨੇ ਟੱਪੇ ਜਾਂਦੇ ਨੂੰ ਸੁੱਖ ਫੇਰ ਨਹੀਂ ਲੱਭਦਾ। ਤੇ ਸਾਹਿਬ ਜੀ ਕਹਿੰਦੇ ਜਿੱਧਰ ਸੁੱਖ ਹੈ ਉੱਧਰ ਮੁੜੀ, ਉਹਨੂੰ ਨਾਲ ਲੈ ਕੇ ਤੁਰੀ। ਫਿਰ ਜ਼ਿੰਦਗੀ ਦੇ ਜਿਸ ਵੀ ਪੜਾਅ 'ਚ ਹੋਏਗਾ, ਸੁੱਖ ਤੇਰੇ ਨਾਲ, ਆਨੰਦ ਤੇਰੇ ਨਾਲ, ਸੰਤੋਖ ਸਹਿਜ ਦਇਆ ਤੇਰੇ ਨਾਲ ਹੀ ਵਰਤਦੀ ਜਾਣੀ। ਫਿਰ ਜਿਸ ਵੀ ਹਾਲਾਤ ਵਿੱਚ ਰਹੇਗਾ, ਸਦਾ ਹੀ ਉਹ ਖਿੜੇ ਮੱਥੇ ਰੱਬ ਦੇ ਹੁਕਮ ਨੂੰ ਤੂੰ ਕਬੂਲ ਕਰੇਗਾ। ਤੇ ਸਾਹਿਬ ਜੀ ਕਹਿੰਦੇ ਕਹੋ ਨਾਨਕ ਭਜ ਰਾਮ ਨਾਮ ਨਿਤ, ਜਾਤੇ ਹੋਤ ਉਧਾਰ। ਇਸ ਵਾਸਤੇ ਇਹ ਭਾਈ ਸਦਾ ਪਰਮਾਤਮਾ ਦੇ ਨਾਮ ਦਾ ਭਜਨ ਕਰਿਆ ਕਰ, ਜਿਸ ਦੀ ਬਰਕਤ ਦੇ ਨਾਲ ਸੰਸਾਰ ਦੇ ਮੋਹ ਤੋਂ, ਪਕੜ ਤੋਂ, ਬੰਧਨਾਂ ਤੋਂ, ਚਿੰਤਾ ਦੁੱਖਾਂ 'ਚੋਂ ਤੂੰ ਪਾਰ ਹੋ ਸਕਦਾ ਹੈ। ਭੁੱਲਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ